और देखिए हम चलते चलते तो कचहरी में पहुंच जाते हैं। कचहरी में पहुंचने के बाद हम अपने दोस्त भाई तीर्थ गरेवाल जी के पास उनके कैबिन में आके बैठ जाते हैं, तो उनसे बातचीत करते हैं। जो हम बातचीत करते हैं समाज के लिए करते हैं, एक दूसरे से हम ये बातें जो करते हैं कि आप लोग ही हमारी बातों को सुने कि लॉ क्या होता है, वकालत क्या होती है, जो कोर्ट कचहरी की में जो कारोबार होता है, जो कार्य होता है, उसके बारे में थोड़ी बहुत ही नॉलेज मिलती रहे। आज मैं तीर्थ गरेवाल जी से बात करूंगा पावर ऑफ टॉर्नी के बारे। कोई एनआरआई है, वो कहता है कि मैंने अपने चाचा जी को, हमारे फ्रेंड को, किसी को पावर ऑफ टॉर्नी दे दी, वो मेरी जो कोठी है या मेरी ज़मीन है वो बेच देगा। इसमें पावर ऑफ टॉर्नी में बहुत सारे घपले होते हैं, चोर बाजारी होती हैं। वो बैठे हैं अमेरिका में, अफ्रीका में बैठे हैं, चाहे वो कनेडा में बैठे हैं, पावर ऑफ टॉर्नी दे दी। विश्वास तो हर एक दूसरे पे कर लेता है, तो विश्वासघात जब होता है तो लोग पछताते हैं। तीर्थ गरेवाल जी ये बताएंगे पावर ऑफ टॉर्नी क्या होती है, जब किसी को दी जाती है, जो इंडिया में बैठा है वो जगह भी बेच सकता है, जो उसमें लिखा था वही काम कर सकता है। तीर्थ गरेवाल जी दसो ये बारे। सत श्री अकाल सारे ਸਰੋਤਿਆਂ ਨੂੰ, ਸਤਿ श्री अकाल श्रीपाल जी। ਪਾਵਰ ਟੌਰਨੀ ਦਾ ਬੇਸਿਕਲੀ ਗੱਲ ਹੁੰਦੀ ਹੈ ਕਿ ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਹਾਂਜੀ। ਤੇ ਜਿੱਥੇ ਵਿਸ਼ਵਾਸ ਹੁੰਦਾ ਉੱਥੇ ਵਿਸ਼ਵਾਸਘਾਤ ਹੁੰਦਾ ਵਾ। ਕੱਲੇ ਐਨਆਰਆਈ ਨਹੀਂ ਹੈਗੇ, ਕੋਈ ਬੰਦਾ ਕਲਕੱਤੇ ਬੈਠਾ ਹੋਵੇ, ਕੋਈ ਦਿੱਲੀ ਬੈਠਾ ਹੋਵੇ, ਕੋਈ ਬੰਦਾ ਲੁਧਿਆਣੇ ਹੀ ਬੈਠਾ ਹੋਵੇ, ਉਹ ਜਿਹੜੀ ਪਾਵਰ ਟੌਰਨੀ, ਹਰੇਕ ਪਾਵਰ ਟੌਰਨੀ ਦੇ ਵਿੱਚ ਪੜ੍ਹਨਾ ਪੈਂਦਾ ਵਾ ਕਿ ਤੁਸੀਂ ਕੀ ਲਿਖ ਕੇ ਅਗਲੇ ਨੂੰ ਦੇ ਰਹੇ ਹੋ। ਅਧਿਕਾਰ ਦਿੰਦੇ ਆ ਜਿਹੜੇ ਆਪਣਾ ਰਾਈਟਸ ਮਿਲਦੇ ਹਨ। ਹਾਂਜੀ। ਉਹਦੇ ਵਿੱਚ ਕਈ ਕਾਰਨਾਂ ਵਾਸਤੇ ਦੇ ਰਹੇ ਹੋ। ਦੇਖੋ ਪਾਵਰ ਟੌਰਨੀ 'ਚ ਲਿਖਿਆ ਹੁੰਦਾ ਕਿ ਮੈਂ ਸੋ ਐਂਡ ਸੋ ਪੁੱਤਰ ਸੋ ਐਂਡ ਸੋ ਇੱਥੇ ਦਾ ਰਹਿਣ ਵਾਲਾ ਵਾਂ, ਆ ਮੇਰੀ ਜਗ੍ਹਾ, ਮੈਂ ਇਸ ਬੰਦੇ ਨੂੰ ਹਾਂਜੀ ਆਪਣਾ ਪਾਵਰ ਟੌਰਨੀ ਇਹ ਸ਼ਰਤਾਂ ਤੇ ਅਪਾਇੰਟ ਕਰਨਾ ਹਾਂ ਕਿ ਮੈਂ ਜੋ ਵੀ ਲਿਖ ਦੋ ਕਿ ਮੈਂ ਜ਼ਮੀਨ ਦੇਖਭਾਲ ਨਹੀਂ ਕਰਦਾ। ਉਹਦੇ 'ਚ ਜੋ ਤੁਸੀਂ ਰੀਜ਼ਨ ਲਿਖਣਾ ਬਿਲਕੁਲ ਸਹੀ ਹੋਣਾ ਚਾਹੀਦਾ। ਜੇ ਤੁਸੀਂ ਬਿਮਾਰ ਹੋ ਤਾਂ ਲਿਖੋ ਉਹਦੇ ਅੰਦਰ ਕਿ ਮੈਂ ਬਿਮਾਰ ਹਾਂ, ਕਿਉਂ ਬਿਮਾਰ ਹਾਂ, ਕਿ ਤੁਹਾਨੂੰ ਕਿਹੜੀ ਬਿਮਾਰੀ ਹੈ, ਕਿ ਕੱਲ ਨੂੰ ਮਿਸਯੂਜ਼ ਬਚ ਸਕੇ। ਪਾਵਰ ਟੌਰਨੀ ਨੂੰ ਕੋਈ ਹਲਕਾ ਫਲਕਾ ਨਾ ਲਿਓ, ਉਹਦੇ ਨਾਲ ਤੁਹਾਡੀ ਜ਼ਮੀਨ ਟ੍ਰਾਂਸਫਰ ਹੋ ਜੂਗੀ। ਫਿਰ ਉਹਦੇ ਅੰਦਰ ਆਉਂਦਾ ਕਿ ਕਬਜ਼ੇ ਦੀ ਗੱਲ ਆ ਜਾਂਦੀ ਹੈ। ਉਹਦੇ ਅੰਦਰ ਪਾਵਰ ਟੌਰਨੀ ਦੇ ਅੰਦਰ ਕਦੇ ਵੀ ਪੈਸੇ ਦੀ ਗੱਲ ਨਹੀਂ ਆਉਂਦੀ, ਕਿਉਂਕਿ ਪਾਵਰ ਟੌਰਨੀ ਪੈਸੇ ਦੇ ਕੇ ਨਹੀਂ ਹਾਸਿਲ ਕੀਤੀ ਜਾ ਸਕਦੀ। ਲੇਕਿਨ ਗੱਲ ਕੀ ਆ, ਇੱਥੇ ਤਾਂ ਕਰੀ ਜਾਂਦੇ ਆ, ਇੱਥੇ ਹੋਈ ਜਾਂਦਾ। ਠੀਕ ਆ। ਬਾਏ ਲਾਅ ਕੋਈ ਵੀ ਡਾਕੂਮੈਂਟ ਜਿਹੜਾ ਤਹਿਸੀਲਦਾਰ ਸਾਹਿਬ ਕੋਲ ਰਜਿਸਟਰ ਹੋਣ ਨੂੰ ਆ ਜਾਵੇ, ਉਹਦੇ ਉੱਤੇ ਸਿਰਫ ਉਹ ਨਾਰਮਲ ਇਨਕੁਆਇਰੀ ਕਰ ਸਕਦੇ, ਕਮੀ ਸਟਾਫ ਦੀ। ਬਿਲਕੁਲ ਗੱਲ ਸਹੀ ਹੈ। ਮਾੜੀ ਮੋਟੀ ਇਨਕੁਆਇਰੀ, ਉਹ ਤੋਂ ਇਲਾਵਾ ਉਹ ਕੁਝ ਨਹੀਂ ਕਰ ਸਕਦੇ। ਹਾਂਜੀ ਹਾਂਜੀ। ਕੋਈ ਡਾਕੂਮੈਂਟ ਰਜਿਸਟਰ ਹੋਣ ਨੂੰ ਆ ਗਿਆ, ਉਹਨਾਂ ਨੇ ਉਹਨੂੰ ਰਜਿਸਟਰ ਕਰਨੇ ਪੈਣੇ ਜੇ ਪਾਵਰ ਟੌਰਨੀ ਹੈ ਤੁਹਾਡੇ ਕੋਲ। ਕਿਉਂਕਿ ਲਾਅ ਦੇ ਵਿੱਚ ਧਾਰਾ 82 ਆ, ਜਿਸ 'ਚ ਲਿਖਿਆ ਗਿਆ ਵਾ ਝੂਠੇ ਬਿਆਨ। ਰਜਿਸਟਰ 'ਚ ਲਿਖਿਆ ਕਹਿੰਦਾ ਕੋਈ ਮੰਦਿਰ ਟਰਸਟ ਦੀ ਜਗ੍ਹਾ ਨਹੀਂ ਹੈਗੀ, ਉਹ ਗੱਲ ਵੱਖਰੀ ਆ, ਉਹ 82 ਦੇ ਵਿੱਚ ਨਹੀਂ ਆਉਂਦਾ, ਇਹ ਲਿਖ ਦਿੰਦੇ ਆ। ਅੱਛਾ, ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ। ਹਾਂਜੀ ਹਾਂਜੀ ਹਾਂਜੀ। ਅਸਲ 82 ਦਾ ਮਤਲਬ ਹੁੰਦਾ ਗਲਤ ਬਿਆਨਬਾਜ਼ੀ ਕਰਨਾ, ਹਾਂਜੀ, ਗਲਤ ਟਰਾਂਸਲੇਟ ਕਰਨਾ, ਹਾਂਜੀ, ਤੇ ਰਜਿਸਟਰੀ ਨਾਲ ਗਲਤ ਨਕਸ਼ਾ ਜੋੜਨਾ। ਹਾਂਜੀ ਹਾਂਜੀ। ਜਦੋਂ ਇੱਕ ਵਾਰੀ ਰਜਿਸਟਰੀ ਹੋ ਗਈ, ਤੁਹਾਡੇ ਖਿਲਾਫ ਪੱਕਾ ਸਬੂਤ ਬਣ ਗਿਆ, ਹਾਂਜੀ, ਤਾਂ ਜਿਹੜੇ ਬੰਦੇ ਝੂਠੇ ਬਿਆਨ ਦੇ ਤਾਂ ਫਸਣਗੇ। ਹਾਂਜੀ ਹਾਂਜੀ। ਇਸ ਕਰਕੇ ਜਿਹੜੀ ਤੁਹਾਡੀ ਪਾਵਰ ਅਟਾਰਨੀ ਆ, ਤੁਸੀਂ ਕਿਸੇ ਨੂੰ ਕਿਉਂ ਦੇ ਰਹੇ ਹੋ, ਕਿਸ ਪਰਪਸ ਵਾਸਤੇ ਦੇ ਰਹੇ ਹੋ, ਕੀ ਉਹਦੇ ਅੰਦਰ ਉੱਤੇ ਕੀ ਰੋਕਾਂ ਨੇ ਤੇ ਕੀ ਉਹਨੂੰ ਛੂਟ ਆ। ਹਾਂਜੀ ਹਾਂਜੀ। ਉਹ ਸਾਰਾ ਉਹਦੇ ਵਿੱਚ ਲਿਖਣਾ ਬਹੁਤ ਜ਼ਰੂਰੀ ਆ, ਕਿਉਂਕਿ ਕੱਲ ਨੂੰ ਜੇ ਮਿਸਯੂਜ਼ ਹੁੰਦੀ ਤਾਂ ਤੁਹਾਡੀ ਪਾਵਰ ਅਟਾਰਨੀ ਪੜ੍ਹੀ ਜਾਣੀ। ਅੱਛਾ, ਮੈਂ ਇੱਕ तीर्थ गरेवाल ਜੀ ਹੁਣ ਗੱਲ ਕਰਦਾ। ਸਾਡੇ ਕੋਈ ਰਿਲੇਟਿਵ ਸੀਗੇ ਕੈਨੇਡਾ ਦੇ ਸੀਗੇ, ਉਹਨੇ ਪਾਵਰ ਅਟਾਰਨੀ ਦੇ ਦਿੱਤੀ ਕਿਸੇ ਬੰਦੇ ਨੂੰ। ਉਹਨੇ ਫਿਰ ਚੰਡੀ ਪਟਿਆਲੇ ਵੀ ਕੋਈ ਲੈ ਕੇ ਆਉਂਦੇ, ਪਟਿਆਲੇ ਵੀ ਕੋਈ ਹੁੰਦੀ ਹੈ, ਲਿਖਤ ਪੜ੍ਹੀ ਹੁੰਦੀ ਹੈ ਪਟਿਆਲੇ ਵੀ, ਯਾਨੀ ਕਿ ਰਜਿਸਟ੍ਰੇਸ਼ਨ ਹੁੰਦੀ ਹੈਗੀ ਪਾਵਰ ਅਟਾਰਨੀ ਬਾਹਰੋਂ ਆਉਂਦੀ ਹੈਗੀ ਆ। ਉਹ ਐਵੇਂ ਹੁੰਦਾ ਕਿ ਜਿਹੜਾ ਬੰਦਾ ਬਾਹਰੋਂ ਪਾਵਰ ਅਟਾਰਨੀ ਭੇਜਦਾ ਵਾ, ਉਹਨਾਂ ਨੂੰ ਜਾ ਕੇ ਜਿਹੜੀ ਉੱਥੇ ਐਮਬੈਸੀ ਆ ਉਹਦੇ ਕੋਲ ਜਾਣਾ ਪੈਂਦਾ। ਉਹ ਐਮਬੈਸੀ ਉਹਦੇ ਉੱਤੇ ਸਟੈਂਪ ਲਗਾਉਂਦੀ ਹੈ ਕਿ ਹਾਂਜੀ ਆਹ ਬੰਦਾ ਸਾਡੇ ਕੋਲ ਪੇਸ਼ ਹੋਇਆ। ਹਾਂਜੀ। ਪਾਵਰ ਅਟਾਰਨੀ ਤੁਸੀਂ ਬਾਹਰੋਂ ਲਿਖਾ ਕੇ ਲੈ ਕੇ ਆਉਂਦੇ ਹੋ। ਹਾਂਜੀ। ਉੱਤੇ ਉਹ ਅਟੈਸਟ ਕਰਦੇ ਆ, ਹਾਂਜੀ, ਹਾਂ ਵੀ ਆਹ ਬੰਦਾ ਇਸ ਦੇਸ਼ ਦੇ ਆਹ ਤਰੀਕ ਨੂੰ ਸੀਗਾ, ਹਾਂਜੀ, ਉਹਨੇ ਆਹ ਡਾਕੂਮੈਂਟ ਪੇਸ਼ ਕੀਤੇ, ਆਹ ਆਈਡੀ ਪੇਸ਼ ਕੀਤੀ, ਉਹਨੇ ਉਹ ਦਿੱਤੇ। ਫਿਰ ਉਹ ਜਿਹੜੀ ਪਾਵਰ ਅਟਾਰਨੀ ਆ, ਉਹ ਫਿਰ ਜਿਹੜੀ ਬੰਦੇ ਕੋਲ ਜਾਂਦੀ ਆ, ਉਹਨੂੰ ਡੀਸੀ ਸਾਹਿਬ ਦੇ ਕੋਲੇ ਰਜਿਸਟਰ ਕਰਾਉਂਦਾ ਵਾ। ਅੱਛਾ, ਫਿਰ ਉਹ ਪਾਵਰ ਅਟਾਰਨੀ ਮੈਨੂੰ ਬਾਹਰੋਂ ਜਿਹੜੇ ਬਾਹਰੋਂ ਪਾਵਰ ਅਟਾਰਨੀ ਆ ਗਈ ਤੇ ਉਹ ਜਿਹੜੇ ਬੰਦੇ ਨੇ ਸੀ, ਸਾਨੂੰ ਜਿਹੜੀ ਜਗ੍ਹਾ ਸੀਗੀ ਸਾਨੂੰ ਦੇਤੀ ਵੀ 2 ਸਾਲ ਹੀ ਤੁਹਾਡੇ ਕੋਲ, 1.5 ਸਾਲ 'ਚ ਪੈਸੇ ਲੈਣੇ ਬਾਕੀ ਜਗ੍ਹਾ ਦੇ, ਹਾਂਜੀ, ਹੋ ਗਈ। ਤਾਂ ਉਸ ਤੋਂ ਬਾਅਦ ਦੂਜੇ ਬੰਦੇ ਨੇ ਉਹ ਪਾਵਰ ਅਟਾਰਨੀ ਉਹਦੇ ਕੋਲ ਹੈਗੀ ਸੀਗੀ, ਤੇ ਉਹਨੇ ਜਿਹੜਾ ਕੈਨੇਡਾ ਵਾਲਾ ਸੀ, ਉਹਨੇ ਆਪਣੀ ਭੈਣ ਦੇ ਨਾਂ ਜਾਂ ਭਰਾ ਦੇ ਨਾਂ 'ਤੇ ਇੱਕ ਹੋਰ ਪਾਵਰ ਅਟਾਰਨੀ ਭੇਜਤੀ, ਤੇ ਉਹਨੇ ਚੱਕ ਕੇ ਜਗ੍ਹਾ ਜਿਹੜੀ ਕਿਸੇ ਹੋਰ ਨੂੰ ਵੀ ਵੇਚਤੀ। ਦੇਖੋ ਉਹਦੇ ਵਿੱਚ ਐਵੇਂ ਹੁੰਦਾ ਵਾ ਕਿ ਜਿਹੜੀ ਪਾਵਰ ਅਟਾਰਨੀ ਦੇ ਥਰੂ ਤੁਸੀਂ ਜਗ੍ਹਾ ਲਿੱਤੀ ਹੈ, ਹਾਂਜੀ, ਉਹਦੀ ਕਾਪੀ ਤੁਹਾਡੇ ਕੋਲ ਹੈਗੀ, ਹਾਂਜੀ, ਉਹਦੇ ਅੰਦਰ ਸਾਰੀ ਸ਼ਰਤਾਂ ਪੜ੍ਹੀਆਂ ਕੀ, ਹਾਂਜੀ ਹਾਂਜੀ, ਜੋ ਤੁਸੀਂ ਅੱਗੇ ਐਗਰੀਮੈਂਟ 'ਚ ਲਿਖਾਈਆਂ ਕਿ ਉਹ ਸਾਰੀ ਸ਼ਰਤਾਂ ਉਸ ਪਾਵਰ ਅਟਾਰਨੀ ਚਾਹੀਦੀ। ਹਾਂਜੀ ਹਾਂਜੀ। ਉਸ ਤੋਂ ਬਾਅਦ ਫਿਰ ਸੁਣੋ ਤੁਸੀਂ, ਅਸੀਂ ਉਸ ਟਾਈਮ ਜਿਹੜਾ ਤਹਿਸੀਲਦਾਰ ਸੀਗਾ ਉਹਨੂੰ ਕਿਹਾ ਵੀ ਸਾਡੇ ਕੋਲ ਪਾਵਰ ਅਟਾਰਨੀ ਹੈਗੀ ਹੈ, ਤੂੰ ਰਜਿਸਟਰੀ ਨਾ ਕਰ, ਜਿਹੜੇ ਬੰਦਿਆਂ ਨੂੰ ਤੂੰ ਕਰਦਾ ਪਿਆ ਹੈਗਾ ਵਾ
4 ਵਜੇ ਤੱਕ ਅਸੀਂ ਉੱਥੇ ਲੱਗੇ ਰਹੇ, ਜਿਹੜਾ ਸੀਗਾ ਆਪਣਾ ਗੜਸ਼ੰਕਰ ਦੇ ਵਿੱਚ। ਸੁਣੋ ਤਾਂ ਸਹੀ ਜਨਾਬ, ਤੁਸੀਂ ਹੱਸਣ ਦੇ, ਤੁਸੀਂ ਜੇ ਪ੍ਰੋਪਰਟੀ ਦਾ ਕੰਮ ਕਰਦੇ ਪਏ ਹੋ। ਠੀਕ ਹੈ, ਹਾਂ, ਉਹ ਸਾਥੇ ਲੜਾਈ ਵੀ ਲੜ ਲਈ, ਉੱਥੇ ਤਹਿਸੀਲਦਾਰਾਂ ਨਾਲ ਵੀ ਬੜੇ ਪੰਗੇ ਪਏ, SDM ਨਾਲ ਵੀ ਬੜੇ ਪੰਗੇ ਪਏ ਉੱਥੇ ਸਾਡੇ। ਪਰ ਭਾਈ ਬਣਿਆ ਕੱਖ ਨਹੀਂ ਹੈਗਾ। ਜਿਹੜੀ ਨਵੀਂ ਪਾਵਰ ਅਟਾਰਨੀ ਸੀ ਉਸ ਤੇ ਸਾਰਾ ਕਾਲਾ ਮਾਲਾ ਹੋ ਗਿਆ। ਦੇਖੋ ਗੱਲ ਐਵੇਂ ਜਰੀਬਾਲ ਜੀ, ਗੱਲ ਐਵੇਂ ਆ। ਦੱਸ ਫੇਰ ਜਾਣਾ ਦਿੱਲੀ ਆ, ਫੜੀ ਸ਼ਿਮਲੇ ਦੀ ਬੱਸ ਆ। ਤੁਸੀਂ ਕਿਹਾ ਸੀ ਪਟਿਆਲੇ ਵਾਲੀ ਗੱਲ ਹੋ ਗਈ, ਪਟਿਆਲੇ ਵਾਲੀ ਮੈਂ ਤੁਹਾਨੂੰ ਗੱਲ ਦੱਸਤੀ, ਨਾਲ ਹੀ ਤੁਸੀਂ ਬੱਸ ਫੜ ਕੇ ਗੜਸ਼ੰਕਰ ਪਹੁੰਚ ਗਏ। ਭਾਈ ਮੈਂ ਤਾਂ ਪਹੁੰਚਿਆ, ਦੋ ਪਾਵਰ ਅਟਾਰਨੀਆਂ ਹੋ ਗਈਆਂ। ਇੱਕ ਪਾਵਰ ਅਟਾਰਨੀ, ਦੂਜੇ ਬੰਦੇ ਨੇ ਫੇਰ ਪਾਵਰ ਅਟਾਰਨੀ ਦੇ ਦਿੱਤੀ ਦੂਜੇ ਬੰਦੇ ਨੂੰ। ਮੈਂ ਤਾਂ ਇਹ ਗੱਲ ਪੁੱਛੀ ਆ। ਮੈਂ ਜਿਹੜੀ ਤੁਹਾਨੂੰ ਗੱਲ ਕਹਿ ਰਿਹਾ, ਦੱਸੋ ਯਾਰ, ਦੱਸ ਦਿਓ। ਵਾਲਾ ਕੇਸ ਵੱਖਰਾ ਹੋ ਗਿਆ, ਗੜਸ਼ੰਕਰ ਉਹ ਤਾਂ ਰਜਿਸਟ੍ਰੇਸ਼ਨ ਦੀ ਗੱਲ ਖਤਮ ਕਰਤੀ, ਉਹ ਬੰਦੇ ਨੂੰ ਰਜਿਸਟ੍ਰੇਸ਼ਨ ਹੋ ਗਈ। ਓਹੋ, ਪਟਿਆਲੇ ਵਾਲਾ ਕੇਸ ਅੱਡ ਹੋ ਗਿਆ, ਗੜਸ਼ੰਕਰ ਵਾਲਾ ਅੱਡ ਹੋ ਗਿਆ। ਹੁਣ ਜਿਵੇਂ ਤੁਸੀਂ ਕਹਿੰਦੇ ਹੋ, ਇੱਕ ਬੰਦੇ ਨੇ ਇੱਕ ਨੂੰ ਪਾਵਰ ਅਟਾਰਨੀ ਦਿੱਤੀ, ਉਹਨੇ ਫਿਰ ਕਿਸੇ ਹੋਰ ਨੂੰ ਦਿੱਤੀ, ਉਹਦੇ ਅੰਦਰ ਉਹਦਾ ਵਸੀਕਾ ਨੰਬਰ ਤੇ ਉਹਦੀ ਤਰੀਕ ਹੋਊਗੀ। ਹਾਂਜੀ, ਸਭ ਕੁਝ ਹੈਗਾ ਸੀਗਾ। ਜਿਹੜੀ ਦੂਜੀ ਪਾਵਰ ਅਟਾਰਨੀ 'ਚ ਕਿਤੇ ਲਿਖਿਆ ਨਹੀਂ ਹੋਊਗਾ ਕਿ ਮੈਂ ਪਹਿਲੀ ਪਾਵਰ ਅਟਾਰਨੀ ਕੈਂਸਲ ਕਰਾਈ ਹੈ, ਨਹੀਂ ਲਿਖਿਆ ਉਹਦੇ ਵਿੱਚ। ਤਾਂ ਜਿਹੜੀ ਦੂਜੀ ਪਾਵਰ ਅਟਾਰਨੀ ਸ਼ੱਕ ਦੇ ਘੇਰੇ 'ਚ ਆ ਗਈ। ਹਾਂਜੀ, ਤੁਸੀਂ ਜਾ ਕੇ ਤਹਿਸੀਲਦਾਰ ਨੂੰ ਜਿੰਨੇ ਮਰਜ਼ੀ ਪੁੱਠੇ ਸਿੱਧੇ ਹੋਈ ਜਾਓ, ਤਹਿਸੀਲਦਾਰ ਤੁਹਾਡੀ ਹੈਲਪ ਕਰ ਰਿਹਾ ਰਜਿਸਟਰ ਕਰਕੇ ਕਿ ਆਹ ਪਾਵਰ ਅਟਾਰਨੀ ਆਈ ਹੈ, ਮੈਂ ਰਜਿਸਟਰੀ ਕਰਤੀ, ਤੁਸੀਂ ਰਜਿਸਟਰੀ ਦੀ ਕਾਪੀ ਕਢਾਓ ਤੇ 82 ਲਵਾਓ ਇਹਨਾਂ ਤੇ। ਉਹ ਜੋ 82 ਦੇ ਚੱਕਰੇ ਤਾਂ ਸਭ ਕੁਝ ਇਦਾਂ ਦਾ ਕਰ ਚੁੱਕੇ ਹੈਗੇ ਆ। ਉਹ ਨਹੀਂ ਕੀਤਾ। ਹਾਂ, 82 ਤਾਂ ਕਿੱਥੋਂ ਲਗਾਊਗਾ ਬੰਦਾ, ਕਹਿੰਦਾ ਕਿਸੇ ਇਲਜ਼ਾਮ ਵੀ ਤਹਿਸੀਲਦਾਰ ਤੇ ਲਾਤੇ। ਹਾਂ, ਤਹਿਸੀਲਦਾਰ ਤੇ ਵੀ SDM ਤੇ ਬੜਾ ਕੁਝ ਕੀਤਾ ਜਨਾਬ। ਕੇਸ ਅਜੇ ਵੀ ਚੱਲਦਾ ਪਿਆ ਭਾਈ। ਦੇਖੋ, ਇਲਜ਼ਾਮਾਂ ਨਾਲ ਕੁਝ ਨਹੀਂ ਹੁੰਦਾ। ਇੱਕ ਪਾਵਰ ਅਟਾਰਨੀ ਹੋਈ, ਉਸ ਤੋਂ ਬਾਅਦ ਉਸੇ ਬੰਦੇ ਨੇ ਕਿਸੇ ਹੋਰ ਨੂੰ ਪਾਵਰ ਅਟਾਰਨੀ ਦਿੱਤੀ, ਕਿਸੇ ਹੋਰ ਤਰੀਕ ਦੀ, ਅਗਲੀ ਤਰੀਕ ਦੀ। ਉਹ ਬੰਦੇ ਨੇ ਹਾਂ ਜਗ੍ਹਾ ਦੀ ਰਜਿਸਟਰੀ ਕਰਾ ਲਈ। ਤਹਿਸੀਲਦਾਰ ਸਾਹਿਬ ਨੇ ਜਦੋਂ ਰਜਿਸਟਰੀ ਕੀਤੀ, ਤੁਸੀਂ ਦੋਨਾਂ ਦੀ ਕਾਪੀ ਕਢਾਓ, ਆਪਣੀ ਪਾਵਰ ਅਟਾਰਨੀ ਨਾਲ ਲਾਓ, ਨਾਲੇ ਕਹੋ ਜੀ ਇਹਨਾਂ ਨੇ ਝੂਠੀ ਬਿਆਨਬਾਜ਼ੀ ਕਰਕੇ ਇਹਨਾਂ ਨੇ ਉਹ ਕਰਾਇਆ, ਕਿਉਂਕਿ ਮੇਰੇ ਕੋਲ ਤਾਂ ਪਹਿਲਾ ਪਾਵਰ ਅਟਾਰਨੀ ਸੀ। ਜਾਂ ਤਾਂ ਉਹ ਬੰਦੇ ਦਿਖਾਉਣ ਕਿ ਪਹਿਲਾ ਪਾਵਰ ਅਟਾਰਨੀ ਬੰਦੇ ਨੇ ਕੈਂਸਲ ਕਰਤੀ। ਕੋਰਟ 'ਚ ਕੇਸ ਅਜੇ ਪਿਆ ਜਨਾਬ, ਫੈਸਲਾ ਕੋਈ ਨਹੀਂ ਹੋਇਆ ਹੈਗਾ। ਉਹ ਕਿਉਂਕਿ ਤੁਸੀਂ ਪੇਪਰ ਸਾਨੂੰ ਦਿਖਾਏ ਨਹੀਂ ਗਏ, ਜੇ ਤੁਸੀਂ ਗੱਲ ਕਹੀ ਹੋ ਜੇ ਤੁਹਾਨੂੰ ਸਲਾਹ ਦਿੱਤੀ। ਨਹੀਂ, ਚਲੋ ਗੱਲ। ਅੱਛਾ, ਹੋਰ ਦੱਸੋ ਪਾਵਰ ਅਟਾਰਨੀ ਦੇ ਬਾਰੇ। ਵੈਸੇ ਗੱਲ ਵਿੱਚ ਨਿਕਲ ਗਈ ਮੇਰੇ ਮੂੰਹ ਦੇ। ਤੁਸੀਂ ਦੱਸ ਰਹੇ ਸੀ ਪਾਵਰ ਅਟਾਰਨੀ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਕਿੱਦਾਂ ਹੈਰਾਫੇਰੀ ਹੋ ਸਕਦੀ ਹੈ। ਆਨਰੇਬਲ ਸੁਪਰੀਮ ਕੋਰਟ ਦਾ ਆਰਡਰ ਆ ਚੁੱਕਿਆ ਹੈ ਸੂਰਜ ਲੈਬ ਕੇਸ ਕਿ ਜਿਹੜਾ ਪਾਵਰ ਅਟਾਰਨੀ ਆ ਉਹ ਸਿਰਫ ਬੋਨਾਫਾਈਡ ਕੇਸ ਦੇ ਵਿੱਚ ਜਾਂ ਫਿਰ ਜਿਹੜੇ ਜਾਣਕਾਰ ਉਹਨਾਂ ਨੂੰ ਦੇਣਾ। ਆ ਸਾਡੇ ਪੂਜਨੀਏ ਹੈਗੇ ਭਾਈ ਸਾਹਿਬ। ਅੱਛਾ, ਇਹ ਚਿਹਰਾ ਫਿਰ ਕਿੱਦਾਂ ਕਰਦੇ ਆ? ਉਹ ਪਤਾ ਕੀ ਗੱਲ ਆ, ਉਹ ਮੈਂ ਪਹਿਲਾਂ ਇੱਕ ਬੰਦਾ ਦੇਖਿਆ ਜਿਹੜਾ ਆਪ ਤਾਂ ਕੁਮਾਰ ਆ, ਹਾਂ, ਲੇਕਿਨ ਉਹਦੀ ਜਿਹੜੀ ਰਿਸ਼ਤੇਦਾਰੀ ਆ ਸਾਰੇ ਸਿੰਘਾਂ ਤੇ ਜੱਟਾਂ ਨਾਲ ਆ। ਅੱਛਾ 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 ਅੱਛਾ। ਜਿਹੜੀ ਪਾਵਰ ਅਟਾਰਨੀ, ਜਿਹੜਾ ਜੱਟ ਬਿਮਾਰ ਹੁੰਦਾ ਨਾ, ਹਾਂ, ਉਹ ਪਾਵਰ ਅਟਾਰਨੀ ਇਹਨੂੰ ਦੇ ਦਿੰਦਾ। ਅੱਛਾ ਅੱਛਾ ਅੱਛਾ। ਜ਼ਮੀਨ ਸਾਂਭ ਲਾ। ਅੱਛਾ, ਜਿਹੜਾ ਵੀ ਜ਼ਮੀਨ ਸਾਂਭ ਵੀ ਲੈਂਦਾ। ਅੱਛਾ ਅੱਛਾ ਅੱਛਾ, ਸਾਰੇ ਲੋਕੀ ਉਹਨੂੰ ਦੇ ਜਾਂਦੇ ਪਾਵਰ ਅਟਾਰਨੀ। ਹਾਂ ਹਾਂ, ਕਹਿੰਦੇ ਮੈਂ ਸੰਤਾ ਸਿੰਘ ਪੁੱਤਰ ਬੰਤਾ ਸਿੰਘ, ਹੁਣ ਮੈਂ ਆਪਣੀ ਜ਼ਮੀਨ ਦਾ ਖਿਆਲ ਨਹੀਂ ਰੱਖ ਸਕਦਾ। ਉਹ ਜਨਾਬ ਪਤਾ ਗੱਲ ਕੀ ਆ, ਉਹ ਸਾਰੇ ਇਲੀਗਲ ਕਲੋਨੀਆਂ ਬਣਾਉਂਦੇ ਆ ਬੰਦੇ, ਜ਼ਮੀਨ ਦਾ ਖਿਆਲ ਨਹੀਂ ਰੱਖ ਸਕਦਾ। ਤੇ ਮੈਂ ਫਲਾਣੇ ਕੁਮਾਰ ਨੂੰ ਪਾਵਰ ਅਟਾਰਨੀ ਦਿੱਤੀ ਮੇਰੀ, ਕੀ ਉਸ ਪਾਵਰ ਅਟਾਰਨੀ 'ਚ ਲਿਖਿਆ ਕਿ ਤੂੰ ਮੇਰੀ ਜ਼ਮੀਨ ਦਾ ਮਿਸਯੂਜ਼ ਕਰਕੇ ਇਲੀਗਲ ਕਲੋਨੀ ਕੱਟ ਲਾ? ਇਹੀ ਤਾਂ ਸਾਰਾ ਪੰਗਾ ਹੀ। ਉਹ ਜਿਹੜੇ ਪਲਾਟ ਕੱਟ ਸਕਦਾ, ਇਹ ਕਰ ਸਕਦਾ, ਕਿਤੇ ਲਿਖਿਆ ਕਿ ਇਲੀਗਲ ਕੱਟ ਲਾ? ਉਹ ਤਾਂ ਭਾਈ ਮਿਲੀ ਭਗਤ। ਜਦੋਂ ਸਵਾਲ ਪੁੱਛਿਆ ਗਿਆ ਕਿ ਭਾਈ ਤੈਨੂੰ ਇਹਨੇ ਪਾਵਰ ਅਟਾਰਨੀ ਦਿੱਤੀ ਕਿਉਂ ਆ? ਐਸੇ ਕਰਕੇ ਵੀ ਕਲੋਨੀ ਕੱਟ ਇਲੀਗਲ, ਪੈਸੇ ਦੇਈ ਜਾ ਮੈਨੂੰ ਵੀ, ਮੈਂ ਹੀ ਮੰਜੇ ਤੇ ਪਿਆ ਖਾਈ ਜਾਵਾਂਗਾ ਤੇ ਤੂੰ ਵੀ ਖਾਈ ਜਾ। ਮੇਰੀ ਪੈਨਸ਼ਨ ਲੱਗੀ ਹੈ। ਹਾਂ, ਮੇਰੀ ਪੈਨਸ਼ਨ ਲੱਗੀ ਹੈ। ਐਵੇਂ ਮਿੱਟੋ ਮਿੱਟੀ ਹੋਈ ਬਸ 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 ਬਸ, ਐਵੇਂ ਸਾਰੀ ਜ਼ਿੰਦਗੀ। 1000 ਲੱਖ ਰੁਪਏ ਮਹੀਨੇ ਦਾ ਹੁੰਦਾ, ਚੱਲ ਠੀਕ ਆ, ਦੇਈ ਜਾ ਮੈਨੂੰ ਬਸ। ਇਹ ਤਾਂ ਜੱਟਾਂ ਨੇ ਬੋਲਾ। ਇਸ ਕਰਕੇ ਜਿਹੜੀ ਪਾਵਰ ਅਟਾਰਨੀ ਆ, ਰਜਿਸਟਰਡ ਡਾਕੂਮੈਂਟ ਆ, ਉਹਦੇ ਨਾਲ ਛੇੜਛਾੜ ਕਰਨੀ। ਐਕਚੁਅਲੀ ਗੱਲ ਕੀ ਆ, ਲੋਕੀ ਇਲਜ਼ਾਮ ਲਗਾਉਂਦੇ ਤਹਿਸੀਲਦਾਰ ਸਾਹਿਬ ਤੇ, ਤਹਿਸੀਲਦਾਰ ਸਾਹਿਬ ਨੇ ਪੈਸੇ ਲੈ ਕੇ ਰਜਿਸਟਰੀ ਕਰਤੀ। ਠੀਕ ਹੈ, ਉਹ ਇਲਜ਼ਾਮ ਸਭ ਤੋਂ ਸੌਖਾ ਵਾ ਤੇ ਸਭ ਤੋਂ ਔਖਾ ਵਾ ਪ੍ਰੂਵ ਕਰਨਾ। ਇਨ ਦ ਸੈਂਸ, ਜੇ ਤੁਹਾਡੇ ਕੋਲ ਪਾਵਰ ਅਟਾਰਨੀ ਆਈ ਆ, ਕਿਸੇ ਨੇ ਦੂਜੀ ਪਾਵਰ ਅਟਾਰਨੀ ਦੇਤੀ, ਸੇਮ ਜਗ੍ਹਾ ਦੀ ਸ਼ਰਤਾਂ ਸੇਮ ਲਿਖੀ ਆ, ਕੋਈ ਵੀ ਅੰਦਰ ਫਰਕ ਨਹੀਂ ਹੈਗਾ, ਤੇ ਜਿਹੜੀ ਦੂਜੀ ਪਾਵਰ ਅਟਾਰਨੀ ਤੁਸੀਂ ਉਹਦੇ ਉੱਤੇ 420 ਦਾ ਪਰਚੇ ਵਾਸਤੇ ਐਪਲੀਕੇਸ਼ਨ ਪਾ ਦਿਓ, ਨਾਲੇ 82 ਦੀ। ਜਿਹੜੇ ਬੰਦੇ ਨੇ ਪਾਵਰ ਅਟਾਰਨੀ ਦਿੱਤੀ ਆ, ਆਪੇ ਆ ਕੇ ਖੜਾ ਹੋਊਗਾ, ਆਪੇ ਆ ਕੇ ਦੱਸੂਗਾ ਕਿ ਆਹ ਵਾਲੀ ਮੈਂ ਦਿੱਤੀ ਆ, ਆਹ ਵਾਲੀ ਨਹੀਂ ਦਿੱਤੀ, ਜਾਂ ਆਹ ਵਾਲੀ ਦਿੱਤੀ ਸੀ ਤੇ ਫਿਰ ਆਹ ਨਹੀਂ ਦਿੱਤੀ ਹੈਗੀ। ਯਾਨੀ ਕਿ ਸਾਰਾ ਤੁਹਾਡੀ ਵਰਡਿੰਗ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਹੈ। ਜੇ ਤੁਸੀਂ ਲਿਖਤਾ ਜ਼ਮੀਨ ਤੇ ਕਬਜ਼ਾ ਹੋ ਗਿਆ, ਹਾਂ, ਤੇ ਤੁਹਾਡੇ ਸਾਹਮਣੇ ਹੋਇਆ, ਫਿਰ ਤਾਂ ਕੁਝ ਨਹੀਂ ਹੋ ਸਕਦਾ। ਹਾਂ, ਜੇ ਤੁਸੀਂ ਕਹੋਗੇ ਕਿ ਜੀ ਮੇਰੀ ਮੋਟਰ ਦੀ ਤਾਰਾਂ ਚੋਰੀ ਕਰਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਹਾਂ, ਫਿਰ ਯਾਨੀ ਕਿ ਫਿਰ ਤੁਹਾਡੀ ਜ਼ਮੀਨ ਦੇ ਉੱਤੇ ਕੁਝ ਨਹੀਂ ਹੋਣਾ, ਫਿਰ ਪੁਲਿਸ ਤੁਹਾਡੇ ਹੱਥ 'ਚ ਖੜੀ। ਹਾਂ ਹਾਂ, ਤੁਹਾਡੀ ਦੋ ਲਾਈਨਾਂ ਤੁਹਾਡੀ ਹਰੇਕ ਚੀਜ਼ ਬਣਾ ਵੀ ਸਕਦੀ ਹੈ, ਵਿਗਾੜ ਵੀ ਸਕਦੀ ਹੈ। ਬਿਲਕੁਲ ਬਿਲਕੁਲ। ਤਾਂ ਦੇਖੀਏ ਜੇ ਤੀਰਥ ਗਰੇਵਾਲ ਜੀ ਪਾਵਰ ਅਟਾਰਨੀ 'ਚ ਲਿਖਿਆ ਹੁੰਦਾ ਕਿ ਇਹਦੇ 'ਚ ਕੋਈ ਮਾਲਕਾਨਾ ਕਬਜ਼ਾ ਜਾਂ ਕੋਈ ਪੈਸੇ ਦਾ ਲੈਣ ਦੇਣ ਨਹੀਂ ਹੋਇਆ, ਹਾਂਜੀ, ਉਹੀ ਪਾਵਰ ਅਟਾਰਨੀ ਵਾਲਾ ਅੱਗੇ ਜਾ ਕੇ ਕਹਿੰਦਾ ਜੀ ਮੈਂ ਪੈਸੇ ਵਸੂਲ ਪਾ ਲੈਨੇ ਤੇ ਕਬਜ਼ਾ ਦੇਤਾ, ਉਹ ਵੀ ਗਲਤ ਹੈ। ਕੀ ਹੈ ਯਾਰ, ਉਹ ਜੀ ਲਿਖਿਆ ਵੀ ਕਰ ਨਹੀਂ ਸਕਦਾ ਪੈਸੇ ਦੇ ਲੈਣ ਦੇਣ, ਉਹ ਪੈਸੇ ਦੇ ਲੈਣ ਦੇਣ ਕਰ ਲੈਂਦਾ ਹੈ। ਉਹ ਲਿਖਿਆ ਮੈਂ ਲੈ ਲਿਆ ਜੀ, ਉਹਦੇ ਅੱਗੇ ਕਲੋਨੀਆਂ ਕੱਟ ਦਿੰਦਾ, ਉਹ ਤੇ ਲਿਖਿਆ ਨਹੀਂ ਹੁੰਦਾ ਕਲੋਨੀ ਕੱਟਣੀ है। और चलो तीर्थ गरवाल जब भी आप पावर अटॉर्नी दें या लें या कोई प्रॉपर्टी खरीदें तो ध्यान रखें
इसमें बहुत सारे घपले होते ਜੇ हैं। ਤੁਹਾਡੀ ਪਾਵਰ ਅਟਾਰਨੀ ਨੂੰ ਕਿਸੇ ਨੇ ਮਿਸਯੂਜ਼ ਕਰ ਲਿਆ ਉਹਦੀ ਸ਼ਰਤਾਂ ਪੜ੍ਹ ਕੇ ਉਹਦੇ ਤੇ ਪਰਚੇ ਦੀ ਉਹ ਕਰ ਲਓ, ਬੰਦਾ ਕਿਤੇ ਨਹੀਂ ਜਾਊਗਾ। बस तो ठीक है। ਬੜੀ ਅੱਛਾ ਪਾਵਰ ਅਟਾਰਨੀ 'ਚ ਇੱਕ ਹੋਰ ਗੱਲ ਹੁੰਦੀ ਹੈ, ਇੱਕ ਸਪੈਸ਼ਲ ਹੁੰਦੀ ਹੈ, ਇੱਕ ਜਨਰਲ ਹੁੰਦੀ ਹੈ। हाँ जी, ਸਪੈਸ਼ਲ ਹੁੰਦੀ ਹੈ ਕਿਸੇ ਖਾਸ ਕਾਰਜ ਵਾਸਤੇ, हाँ जी, ਜਨਰਲ ਹੁੰਦੀ ਹੈ ਕਿ ਮੇਰੀ ਪ੍ਰਾਪਰਟੀ ਬਾਕੀ ਚੀਜ਼ਾਂ ਨਾਲ ਕਰ ਸਕਦਾ ਵਾ। ਪਾਵਰ ਅਟਾਰਨੀ ਤੁਹਾਡਾ ਹਰ ਜਗ੍ਹਾ ਅਪੇਅਰ ਹੋ ਸਕਦਾ, ਲੇਕਿਨ ਤੁਹਾਡੇ ਹੱਕ ਦੇ ਵਿੱਚ ਤੁਹਾਡੇ ਵਾਸਤੇ ਖੜਾ ਬਿਆਨ ਨਹੀਂ ਦੇ ਸਕਦਾ, ਕ੍ਰਾਸ ਨਹੀਂ ਕਰਾ ਸਕਦਾ, ਕਿਉਂਕਿ ਉਹਨੂੰ ਸਾਰੀ ਚੀਜ਼ਾਂ ਬਾਰੇ ਨੌਲੇਜ ਨਹੀਂ ਹੈਗੀ। ਜਦੋਂ ਬੰਦਾ ਮਰਦਾ ਵਾ ਉਹਦੇ ਉਸੇ ਦਿਨ ਹੀ ਪਾਵਰ ਅਟਾਰਨੀ ਬਿਨਾਂ ਨੋਟਿਸ ਕੈਂਸਲ ਹੋ ਜਾਂਦੀ ਹੈ। अच्छा अच्छा, यानी कि उस तो वक्त नहीं, वो दिन खत्म। ਉਦੋਂ ਨਹੀਂ ਖਤਮ, ਜਿੱਦਾਂ ਬੰਦੇ ਦੀ ਡੈਥ ਹੋ ਗਈ ਉਦੋਂ ਨਹੀਂ ਖਤਮ। चलो, जब भी आप पावर अटॉर्नी, ਕੋਈ ਜਦੋਂ ਪਾਵਰ ਅਟਾਰਨੀ ਯੂਜ਼ ਕਰਦੇ ਹੋ ਕਿ ਰਜਿਸਟਰੀ ਲਿਖਿਆ ਹੁੰਦਾ ਜਿੱਥੇ ਮੈਂ ਪਾਵਰ ਅਟਾਰਨੀ लेते हैं दुरुस्त वो ठीक है, हाँ। बिल्कुल शुद्ध बुद्ध हैगा वो। बस चलो, देखिए हमने अभी आपको पावर अटॉर्नी के बारे में बताया, आप दोबारा फिर इसको सुन ले अगर समझ नहीं ਆ आया तो। ਸਹੂਲਤ ਵਾਲੀ ਚੀਜ਼ ਹੈ ਜਿਹਨੂੰ ਮਿਸਯੂਜ਼ ਕਰਕੇ ਇੱਕ ਤਾਂ ਸਟਾਂਪ ਡਿਊਟੀ ਦੀ ਚੋਰੀ ਕੀਤੀ ਜਾ ਰਹੀ ਹੈ, हाँ ਸੁਪਰੀਮ ਕੋਰਟ ਦੇ ਆਰਡਰ ਦੀ ਸਟ੍ਰੇਟ ਵੇ ਉਲੰਘਣਾ ਵਾ, ਕੰਟੈਂਪਟ ਬਣਦੀ ਆ, बिल्कुल। ਠੀਕ ਹੈ ਨਾ। ਪਲੱਸ ਜਿਹੜਾ ਤੁਸੀਂ ਆਪਣਾ ਵਿਸ਼ਵਾਸ ਹੈਗਾ ਉਹਦੇ ਨਾਲ ਵਿਸ਼ਵਾਸਘਾਤ ਹੋ ਜਾਂਦਾ। ਬਹੁਤ ਬਜ਼ੁਰਗ ਹੁੰਦੇ ਕਿ ਸਾਨੂੰ ਤਾਂ ਕਿਹਾ ਸੀ ਵਿਲ ਬਣਾਉਣ ਲੈ ਕੇ ਗਏ ਆ, ਪਾਵਰ ਅਟਾਰਨੀ ਬਣਾ ਲਈ, ਸਾਡੀ ਜ਼ਮੀਨ ਲਿਖਾ ਲਈ। चलो, आजकल आप ध्यान रखो जो भी कुछ होता है, वैसे यूट्यूब पे हमारी ਕਿਉਂਕਿ ਮੰਨ जैसी ਲਓ वीडियो ਤੁਹਾਡਾ बहुत ਧੋਖਾ ਹੋ बड़ी ਗਿਆ, है। ਤੁਹਾਡੇ हाँ ਤੋਂ जी। ਪਾਵਰ ਅਟਾਰਨੀ ਲੈ ਕੇ ਅਗਲੇ ਨੇ ਕਰ ਲਿਆ, ਪੈਸੇ ਵਸੂਲ ਪਾ ਲਏ, ਉਹ ਪੈਸਾ ਤੁਹਾਡੇ ਕੋਲ ਕਿੱਥੇ ਆਇਆ ਉਹਦਾ ਕਿੱਥੇ ਪ੍ਰੂਫ? बिल्कुल, बहुत सारी इसमें बातें होती हैं जो, ਬਹੁਤ ਸਾਰੀ ਨਹੀਂ, ਚੰਦ ਬਾतें होती है, चंद बातें। ਬਹੁਤ ਸਾਰੀ ਬਾतें ਕਰੇ, ਕਨਫਿਊਜ਼ ਨਾ ਕਰੋ। अच्छा, चंद बातें होती हैं जो ध्यान रखनी होगी ਮੰਨ आपको। ਲਓ ਕਿ ਬੰਦੇ ਨੇ ਕਿਹਾ ਪਾਵਰ ਅਟਾਰਨੀ ਦੇ ਵਿੱਚ ਰਜਿਸਟਰੀ 'ਚ ਕਿ ਮੈਂ ਪੈਸੇ ਲੈ ਲਏ ਆ, हाँ जी। ਉਹ ਪੈਸੇ ਤੁਹਾਡੇ ਕੋਲ ਪਹੁੰਚੇ ਕਿ ਨਹੀਂ ਪਹੁੰਚੇ ਤਾਂ ਕੀ ਸਬੂਤ ਹੈ? ਕੜੀ ਬਣਨੀ ਬਹੁਤ ਜ਼ਰੂਰੀ ਹੈ ਨਾ, ਨਹੀਂ ਤਾਂ ਫਿਰ ਕੜੀ ਬਣਾ ਲਓ। चलो, तीर्थ गरेवाल तुम ਇਹ ਜਿਹੜੇ ਆਪਣੇ ਕੜੀ ਬਣਨੀ ਦੀ ਜਗ੍ਹਾ ਆਪਣੇ ਕੜੀ ਬਣਾ ਲੈਂਦੇ ਆ। बिल्कुल ਤਹਿਸੀਲਦਾਰ ਵਿਕ ਗਿਆ ਜੀ, ਐਸਡੀਐਮ ਵਿਕ ਗਿਆ ਜੀ, ਐਸਐਚਓ ਵਿਕ ਗਿਆ। अपना दिमाग नहीं ਸਾਰੀ लगाते। ਵਿਕ ਗਈ ਤਾਂ ਤੁਸੀਂ ਖਰੀਦ ਲਓ। ओए, अपना दिमाग नहीं लाता कोई यार, बारो बारी ਤੁਸੀਂ कर ਖਰੀਦ दे। ਲਓ। हाँ ਕਿਉਂ? बिल्कुल ਇਹ ਰੇਟ ਲਿਸਟ ਲੱਗੀ ਹੈ, ਤੁਸੀਂ ਖਰੀਦ ਲਓ। बिल्कुल। चलो, सोच बदलेगी, समाज बदलेगा। धन्यवाद तीर्थ ਸਤਿ ਸ਼੍ਰੀ ਅਕਾਲ गरेवाल ਸ਼੍ਰੀ जी। ਬਾਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਦਾ। धन्यवाद जी।